ਸਡਾਣੇ ਹੋਣੀ ਜਾਂ ਦੀਪ ਸਿੱਧੂ ਹੋਣਾ ਨੇ ਜੋ 26 ਜਨਵਰੀ ਨੂੰ ਦੇਸ਼ ਦੇ ਮੱਥੇ 'ਤੇ ਇੱਕ ਕਲੰਕ ਲਗਾਇਆ। ਇਹ ਸਖਤੀਆਂ ਕੀਤੀਆਂ ਜਾ ਰਹੀਆਂ, ਇਹ ਸੁਰੱਖਿਆ ਦੇ ਮੱਦੇਨਜ਼ਰ ਵੀ ਹੋ ਸਕਦੀਆਂ। ਫੋਟੋ ਦੇਖੀ ਹੋਣੀ ਤੁਸੀਂ ਕਿ ਫੋਟੋ ਦੇ ਵਿੱਚ ਤਿਰੰਗਾ ਲੈ ਕੇ ਜਿਹੜੇ ਅੰਦਰ ਜਾ ਰਹੇ ਨੇ, ਤਾਂ ਹਰੇਕ ਕਿਸੇ ਨੇ ਮਤਲਬ ਕੇਸਰੀ ਝੰਡਾ ਦੇਖਿਆ, ਲੇਕਿਨ ਤਿਰੰਗੇ ਨੂੰ ਨਹੀਂ ਦੇਖਿਆ ਹੈਗਾ ਵੀ ਤਿਰੰਗਾ ਵੀ ਅੰਦਰ ਜਾ ਰਿਹਾ ਵਾ। ਕੁਝ ਲੋਕਾਂ ਦੀ ਸ਼ਰਾਰਤ ਸੀਗੀ, ਕਿਤੇ ਨਾ ਕਿਤੇ ਉਹ ਗੁਰਪਤਵੰਤ ਪੰਨੂ ਜ਼ਰੂਰ ਇਸ ਗੱਲ ਦੇ ਉੱਤੇ ਨੱਚਦਾ ਹੋਏਗਾ ਕਿ ਮੈਂ ਇੱਕ ਐਲਾਨ ਕੀਤਾ, ਦੇਸ਼ ਵਿਰੋਧੀ ਤਾਕਤਾਂ ਨੇ ਐਲਾਨ ਕੀਤਾ ਤੇ ਉਹ ਕੁਝ ਲੋਕਾਂ ਨੇ ਪੂਰਾ ਕਰਤਾ। 2 ਕਰੋੜ ਨੌਕਰੀਆਂ ਦਿੱਤੀਆਂ, ਨਾ 15 ਲੱਖ ਰੁਪਇਆ ਆਇਆ, ਨਾ ਕਾਲਾ ਧਨ ਆਇਆ। ਜੀ ਆਪਣਾ ਨੋਟਬੰਦੀ ਕੀਤੀ ਹੈ 8 ਨਵੰਬਰ 2016 ਨੂੰ, ਉਹ ਫੇਲ ਸਾਬਤ ਹੋਈ ਹੈ। ਯਾਦ ਕਰ ਰਹੇ ਸੀ ਵੀ ਅੱਛੇ ਦਿਨ ਆਉਣਗੇ, ਇਹ ਤਾਂ ਉਸ ਤੋਂ ਪਹਿਲੇ ਨਾਲੋਂ ਵੀ ਬੁਰੇ ਦਿਨ ਆ ਗਏ। ਨੇ ਮਾਈਕ ਡਾਊਨ ਕਰਕੇ ਵੋਟਿੰਗ ਨਹੀਂ ਕਰਾਈ, ਇੱਦਾਂ ਹੀ ਧੱਕੇ ਨਾਲ ਬਲਕਿ ਕਲੈਪਿੰਗ ਕਰਕੇ ਜਿੱਦਾਂ ਵੀ ਮੇਜਾ ਥੱਪ ਦਬਾ ਕੇ ਬਿੱਲ ਪਾਸ ਕਰਤਾ। औकात दिखा देंगे हरियाणा और पंजाब की औकात दिखा देगा मोदी ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਦੇ ਉੱਤੇ ਜਿਹੜਾ ਆ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਲਗਾਤਾਰ ਕਈ ਮਹੀਨਿਆਂ ਤੋਂ, ਜਿਹੜੇ ਉੱਥੇ ਹੀ ਬੈਠੇ ਹੋਏ ਨੇ। ਕਈ ਦਿਨ ਹੋ ਚੁੱਕੇ ਨੇ ਕਿ ਇੰਟਰਨੈੱਟ ਦੀਆਂ ਸੇਵਾਵਾਂ ਜਿਹੜੀਆਂ ਨੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬੰਦ ਹੋ ਚੁੱਕੀਆਂ ਨੇ, ਤੇ ਹੁਣ 2 ਤਰੀਕ ਯਾਨੀ ਕਿ 2 ਫਰਵਰੀ ਤੱਕ ਜਿਹੜੀਆਂ ਨੇ ਇਹ ਸੇਵਾਵਾਂ ਬੰਦ ਕੀਤੀਆਂ ਹੋਈਆਂ, ਇੰਟਰਨੈੱਟ ਬੰਦ ਰਹੂਗਾ। ਤਾਂ ਲੋਕਾਂ ਦੀ ਅਸੀਂ ਰਾਏ ਪੁੱਛਾਂਗੇ ਔਰ ਇਸ ਦੇ ਨਾਲ ਕਿਸਾਨ ਅੰਦੋਲਨ ਦੇ ਬਾਰੇ ਵੀ ਗੱਲਾਂ ਕਰਾਂਗੇ। ਹੋਰ ਤਾਂ ਸਾਡੇ ਨਾਲ ਲੁਧਿਆਣਾ ਵਾਸੀ ਮੌਜੂਦ ਨੇ, ਨਾਲ ਗੱਲਬਾਤ ਕਰਦੇ ਹਾਂ। ਵੀ ਜੀ ਕੀ ਕਹਿਣਾ ਤੁਹਾਡਾ ਕਿ ਜਿਹੜਾ ਲਗਾਤਾਰ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਸਰਕਾਰ ਦੇ ਵੱਲੋਂ, ਤੇ ਹੁਣ 2 ਤਰੀਕ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ, ਲਗਾਤਾਰ ਤਸ਼ੱਦਦ ਕੀਤੇ ਜਾ ਰਹੇ ਨੇ। ਕਿਸਾਨ ਕਹਿ ਰਹੇ ਅਸੀਂ ਟਸ ਤੋਂ ਮਸ ਨਹੀਂ ਹੋਣਾ, ਅਸੀਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ। ਦੇਖੋ ਇਸ ਵੇਲੇ ਜਦ ਦੀ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ, ਲਾਲ ਕਿਲ੍ਹੇ ਦੇ ਅੰਦਰ ਜੋ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀਆਂ ਏਜੰਸੀਆਂ ਨੇ ਉਹ ਅਲਰਟ 'ਤੇ ਹੋਈਆਂ ਨੇ। ਔਰ ਕੇਵਲ ਦਿੱਲੀ ਦੇ ਵਿੱਚ ਨਹੀਂ, ਬਾਕੀ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਹੋਰ ਸਟੇਟਾਂ ਵਿੱਚ ਵੀ ਅਲਰਟ ਜਾਰੀ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੇ, ਕਿਉਂਕਿ ਜ਼ਿਆਦਾਤਰ ਉੱਥੇ ਜਿਹੜੇ ਅਨਸਰ ਨੇ ਸ਼ਰਾਰਤੀ, ਕੋਈ ਵੀ ਚਾਹੇ ਕੋਈ ਗੈਂਗਸਟਰ ਹੈ, ਕੋਈ ਸਿੰਗਰ ਹੈ, ਉਹ ਆਪਦੀਆਂ ਫੇਸਬੁੱਕਾਂ ਤੋਂ ਲਾਈਵ ਹੋ ਕੇ ਮੋਰਚੇ ਤੋਂ ਕੁਛ ਨਾ ਕੁਝ ਇਹੋ ਜਿਹੀ ਬਿਆਨਬਾਜ਼ੀ ਟਿੱਪਣੀਆਂ ਕਰ ਰਹੇ ਨੇ ਲਗਾਤਾਰ, ਜਿਹਦੇ ਨਾਲ ਇਹ ਜਿਹੜੀ ਭੜਕਾਊ ਸਥਿਤੀ ਪੈਦਾ ਹੋ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਤਮਾਮ ਸ਼ਰਾਰਤੀ ਅਨਸਰਾਂ ਨੂੰ ਨਕੇਲ ਕਸਣ ਦੇ ਵਾਸਤੇ ਆ ਇੰਟਰਨੈਟ ਦੀ ਜਿਹੜੀ ਇਹ ਕੀਤੀ ਗਈ ਹੈ। ਲੇਕਿਨ ਕਿਤੇ ਨਾ ਕਿਤੇ ਫਿਰ ਵੀ ਉਹ ਹੋਰ ਜਗ੍ਹਾ 'ਤੇ ਜਾ ਕੇ ਆਪਣੇ ਕੋਈ ਵੀ ਬਿਆਨਬਾਜ਼ੀ ਹੈ ਉਹ ਫੇਸਬੁੱਕ 'ਤੇ ਲਾਈਵ ਕਰ ਰਹੇ ਆ, ਬਜਾਏ ਇੰਟਰਨੈਟ ਨੂੰ ਬੰਦ ਕਰਨ ਦੀ। ਸਰਕਾਰ ਨੂੰ ਇਹ ਚਾਹੀਦਾ ਇਸ ਵੇਲੇ ਕਿ ਜਿਹੜੇ ਲੋਕ ਇਸ ਅੰਦੋਲਨ ਦੀ ਆੜ ਦੇ ਵਿੱਚ ਆਪਣਾ ਕੋਈ ਰਾਜਨੀਤਿਕ ਏਜੰਡਾ, ਆਪਣਾ ਕੋਈ ਹੋਰ ਮਨਸੂਬਾ ਹੈ, ਚਾਹੇ ਕੋਈ ਵਿਦੇਸ਼ੀ ਤਾਕਤਾਂ ਨੂੰ ਲੈ ਕੇ ਜਾਂ ਹੋਰ ਜਿਹੜੇ ਏਜੰਡੇ ਨੇ ਉਹਨਾਂ ਨੂੰ ਭਰਪੂਰ ਕਰਨਾ ਚਾਹੁੰਦੇ ਆ, ਉਸ ਲੋਕਾਂ ਦੇ ਉੱਤੇ ਨਕੇਲ ਕੱਸਣੀ ਚਾਹੀਦੀ ਹੈ। ਤੁਸੀਂ ਤੁਹਾਨੂੰ ਮੈਨੂੰ ਦੱਸੋ ਕਿ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਹੋ ਇਸ ਵੇਲੇ ਜੋ ਕਿਸਾਨ ਅੰਦੋਲਨ ਚੱਲਦਾ ਪਿਆ ਵਾ? ਦੇਖੋ, ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਦੇਸ਼ ਦਾ ਅੰਨਦਾਤਾ ਵਾ, ਸਾਡਾ ਹਰ ਤਬਕਾ, ਹਰ ਵਰਗ ਕਿਸਾਨਾਂ ਦੇ ਨਾਲ ਹੈ ਔਰ ਪਹਿਲੇ ਦਿਨ ਤੋਂ ਨਾਲ ਹੈ। ਲੇਕਿਨ ਅੱਜ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ, ਕੁਝ ਜਿਹੜੇ ਭੜਕਾਊ ਸਥਿਤੀ ਪੈਦਾ ਕਰਨਾ ਚਾਹੁੰਦੇ ਆ, ਉਹਨਾਂ ਲੋਕਾਂ ਦੇ ਅਸੀਂ ਡਟ ਕੇ ਖਿਲਾਫ ਹਾਂ, ਕਿਉਂਕਿ ਇਹਨਾਂ ਲੋਕਾਂ ਕਿਸਾਨਾਂ ਦੀ ਆੜ ਦੇ ਵਿੱਚ ਦੇਸ਼ ਨੂੰ, ਸਮਾਜ ਨੂੰ ਗੰਦਗੀ ਫੈਲਾਉਣ ਵਾਲਾ ਕੰਮ ਕਰ ਰਹੇ ਆ। ਸੋ ਇਹਨਾਂ ਲੋਕਾਂ ਦੇ ਖਿਲਾਫ ਅਸੀਂ ਤਾਂ ਡਟ ਕੇ ਹੈਗੇ। ਤੁਸੀਂ ਸਿੰਗਰਸ ਦੀ ਗੱਲ ਕੀਤੀ ਹੈ, ਹੋਰ ਸੈਲੀਬ੍ਰਿਟੀਜ਼ ਜਿਹੜੀਆਂ ਨੇ ਪੰਜਾਬੀ ਇੰਡਸਟਰੀ ਦੀਆਂ ਜਿਹੜੀਆਂ ਨੇ, ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਸੀ ਕਿ ਕਿਸਾਨ ਅੰਦੋਲਨ ਕਮਜ਼ੋਰ ਨਾ ਹੋਣ ਦਿੱਤਾ ਜਾਵੇ, ਹੋਰ ਲੋਕ ਉੱਥੇ ਜਿਹੜੇ ਆ ਪਹੁੰਚਣ, ਅੰਦੋਲਨ ਦੇ ਵਿੱਚ ਸ਼ਾਮਲ ਹੋਣ। ਤਾਂ ਤੁਸੀਂ ਕੀ ਉਹ ਗੱਲ ਦੇ ਉੱਤੇ ਕਹਿ ਰਹੇ ਹੋ ਕਿ ਜਿਹੜੇ ਆ ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਸਥਿਤੀ ਜਿਹੜੀ ਬਣਾਈ ਜਾ ਰਹੀ ਆ, ਉਹਦੇ ਬਾਰੇ ਗੱਲ ਕਰ? ਦੇਖੋ, ਜਿਸ ਤਰੀਕੇ ਨਾਲ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸੀ, ਲੱਖਾ ਸਡਾਣੇ ਹੋਣੀ ਜਾਂ ਦੀਪ ਸਿੱਧੂ ਹੋਣਾ ਨੇ ਜੋ 26 ਜਨਵਰੀ ਨੂੰ ਦੇਸ਼ ਦੇ ਮੱਥੇ 'ਤੇ ਇੱਕ ਕਲੰਕ ਲਗਾਇਆ ਔਰ ਇਸ ਸਾਜ਼ਿਸ਼ ਰਚ ਕੇ ਉਹਨਾਂ ਨੇ ਇਸ ਅੰਦੋਲਨ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਦੇਸ਼ ਦੇ ਨਾਲ ਗੱਦਾਰੀ ਵਾਲਾ ਕੰਮ ਕੀਤਾ। ਉਸ ਤੋਂ ਬਾਅਦ ਜੇ ਅੱਜ ਲੋਕਾਂ ਨੂੰ ਉੱਥੇ ਜਾ ਕੇ ਅਪੀਲ ਕਰਨੀ ਪੈ ਰਹੀ ਹੈ ਕਿ ਵਾਪਸ ਆਓ ਅੰਦੋਲਨ ਦੇ ਵਿੱਚ, ਇਟ ਮੀਨਸ ਕਿ ਅੰਦੋਲਨ ਨੂੰ ਫਰਕ ਪਿਆ, ਕਾਫੀ ਹੱਦ ਤੱਕ ਤਾਦਾਦ ਜਿਹੜੀ ਹੈ ਵਾਪਸ ਗਈ ਹੈ। ਸੋ ਇਹ ਕਿਸਾਨੀ ਜਥੇਬੰਦੀਆਂ ਦਾ ਬੜਾ ਮੁੱਢਲਾ ਫਰਜ਼ ਬਣਦਾ, ਜਿੱਥੇ ਇੰਨੀ ਵੱਡੀ ਮੈਨੇਜਮੈਂਟ, ਇੰਨੀ ਵਧੀਆ ਮੈਨੇਜਮੈਂਟ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ ਔਰ ਬੜੀ ਵਧੀਆ ਤਰੀਕੇ ਨਾਲ, ਢੰਗ ਨਾਲ, ਸੁਚੇਰੇ ਢੰਗ ਨਾਲ ਚੱਲ ਰਹੀ ਸੀਗੀ। ਇਹ ਕਿੱਦਾਂ ਹੋ ਗਿਆ ਵੀ 26 ਤਰੀਕ ਤੋਂ ਇੱਕ ਦਿਨ ਪਹਿਲਾਂ ਸਟੇਜ ਦੇ ਉੱਪਰ ਕਬਜ਼ਾ ਹੋ ਗਿਆ। ਸੋ ਇਸ ਤਰੀਕੇ ਦੀ ਅਨਸੁਖਾਵੀ ਘਟਨਾ ਕੋਈ ਅੱਗੋਂ ਨਾ ਹੋਵੇ, ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਅਲਰਟ ਰਹਿਣ ਔਰ ਸਰਕਾਰਾਂ ਨੇ ਤਾਂ ਅਲਰਟ ਰਹਿਣਾ ਹੀ ਹੈ। ਸਰਕਾਰ ਜਾਂ ਕੋਈ ਵੀ ਜਾਂਚ ਏਜੰਸੀਆਂ ਜਾਂ ਸੁਰੱਖਿਆ ਏਜੰਸੀਆਂ ਨੇ, ਉਹਨਾਂ ਨੇ ਹਰ ਪਹਿਲੂ ਦੇ ਉੱਪਰ ਆਪਣੀ ਨਜ਼ਰ ਰੱਖਣੀ ਹੈ, ਹਰ ਪਹਿਲੂ ਦੇ ਉੱਪਰ ਆਪਣਾ ਕੰਮ ਕਰਨਾ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਇਹ ਸਖਤੀਆਂ ਕੀਤੀਆਂ ਜਾ ਰਹੀਆਂ, ਇਹ ਸੁਰੱਖਿਆ ਦੇ ਮੱਦੇਨਜ਼ਰ ਵੀ ਹੋ ਸਕਦੀਆਂ। ਅੱਛਾ ਜੀ, ਤੁਸੀਂ ਆਪ ਫੋਟੋ ਦੇਖੀ ਹੋਣੀ ਤੁਸੀਂ ਕਿ ਫੋਟੋ ਦੇ ਵਿੱਚ ਤਿਰੰਗਾ ਲੈ ਕੇ ਜਿਹੜੇ ਅੰਦਰ ਜਾ ਰਹੇ ਨੇ,
ਤਾਂ ਹਰੇਕ ਕਿਸੇ ਨੇ ਮਤਲਬ ਕੇਸਰੀ ਝੰਡਾ ਦੇਖਿਆ, ਲੇਕਿਨ ਤਿਰੰਗੇ ਨੂੰ ਨਹੀਂ ਦੇਖਿਆ ਹੈਗਾ ਵੀ ਤਿਰੰਗਾ ਵੀ ਅੰਦਰ ਜਾ ਰਿਹਾ ਵਾ। ਤੇ ਇੱਕ ਵੀਡੀਓ ਵੀ ਆਈ ਸੀ ਜਿਹਦੇ ਵਿੱਚ ਗੁੰਬਦ ਦੇ ਉੱਤੇ ਤਿਰੰਗਾ ਨਾਲ ਲਗਾਇਆ ਜਾ ਰਿਹਾ ਵਾ, ਮਤਲਬ ਉਹ ਜਿਹੜਾ ਮੇਨ ਝੰਡਾ ਲਗਾਇਆ ਗਿਆ, ਆਪਣਾ ਤਿਰੰਗਾ ਲਗਾਇਆ ਜਾਂਦਾ ਲਾਲ ਕਿਲੇ ਤੇ, ਉਸ ਨੂੰ ਉਤਾਰਿਆ ਨਹੀਂ ਗਿਆ ਸੀਗਾ ਕਿਸੇ ਵੀ ਤਰੀਕੇ ਦੇ ਨਾਲ, ਉਹ ਠੇਸ ਨਹੀਂ ਪਹੁੰਚਾਈ ਗਈ ਸੀਗੀ। ਤਾਂ ਜਾਣਬੁੱਝ ਕੇ ਕਿਉਂ ਇਹੀ ਗੱਲਾਂ ਕੀਤੀ ਜਾ ਰਹੀਆਂ ਨੇ ਵੀ ਮਤਲਬ ਠੇਸ ਪਹੁੰਚੀ ਹੈ, ਉੱਥੇ ਪਹੁੰਚਣਾ ਨਹੀਂ ਚਾਹੀਦਾ ਸੀਗਾ। ਮੇਨ ਜਿਹੜੀ ਗੱਲ ਇਹ ਆਉਂਦੀ ਆ ਕਿ ਉੱਥੇ ਪੁਲਿਸ ਫੋਰਸ ਬਲ ਜਿਹੜਾ ਮੌਜੂਦ ਸੀਗਾ ਤਾਂ ਉਹਨਾਂ ਨੇ ਰੋਕਿਆ ਕਿਉਂ ਨਹੀਂ, ਉਹ ਕੁਰਸੀਆਂ ਤੇ ਬੈਠੇ ਨਜ਼ਰ ਕਿਉਂ ਆਏ? ਮੈਂ ਗੁਰਦੀਪ ਜੀ ਤੁਹਾਡੀ ਗੱਲ ਦਾ ਇੱਕ ਜਵਾਬ ਦੇਣਾ ਚਾਹੁੰਦਾ। ਕਿਸਾਨ ਜਥੇਬੰਦੀਆਂ ਦੀ ਇੱਕ ਜਿਹੜੀ ਘੋਸ਼ਣਾ ਸੀਗੀ 26 ਜਨਵਰੀ ਨੂੰ ਪਰੇਡ ਕਰਨ ਦੀ ਸੀਗੀ ਕਿ ਟਰੈਕਟਰ ਪਰੇਡ ਰਾਹੀਂ ਅਸੀਂ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨਾ। ਲਾਲ ਕਿਲੇ ਵੱਲ ਨਾ ਉਹਨਾਂ ਦਾ ਕੋਈ ਪ੍ਰੋਗਰਾਮ ਸੀ, ਨਾਲ ਇਹ ਝੰਡੇ ਲਗਾਉਣ ਦੀ ਕੋਈ ਰਸਮ ਸੀ। ਇਹ ਧਾਰਮਿਕ ਮੁੱਦਾ ਨਹੀਂ ਸੀ। ਹਾਂ, ਦੇਸ਼ ਦਾ ਇੱਕ ਗੱਦਾਰ ਜਿਹੜਾ ਗੁਰਪਤਵੰਤ ਪੰਨੂ ਹੈ, ਜਿਹਨੂੰ ਕੋਈ ਉਹਦਾ ਬੇਸ ਨਹੀਂ ਆ, ਖੁਦ ਉਹ ਸਿੱਖੀ ਸਵਰੂਪ 'ਚ ਧਾਰਨ ਨਹੀਂ ਹੋਇਆ ਹੋਇਆ, ਸਿਰਫ ਬਾਹਰ ਬੈਠ ਕੇ ਕੁੱਤਿਆਂ ਵਾਂਗ ਭੌਂਕਦਾ। ਔਰ ਉਹਨੇ ਇੱਕ ਐਲਾਨ ਕੀਤਾ ਸੀ ਵੀ 26 ਜਨਵਰੀ ਨੂੰ ਲਾਲ ਕਿਲ੍ਹਾ ਦੇ ਉੱਪਰ ਤੁਸੀਂ ਕੇਸਰੀ ਝੰਡੇ ਲਗਾਓ। ਕਿਤੇ ਨਾ ਕਿਤੇ ਇਸ ਅੰਦੋਲਨ ਦੀ ਆੜ ਦੇ ਵਿੱਚ ਹੀ ਸ਼ਰਾਰਤੀ ਅਨਸਰਾਂ ਨੇ ਆਪਣਾ ਮਨਸੂਬਾ ਕਾਮਯਾਬ ਕਰ ਲਿਆ। ਕਿਹਨਾਂ ਦੀ ਬਦੌਲਤ? ਜਿਹੜੀ ਭੀੜ ਗੁੰਮਰਾਹ ਹੋ ਕੇ, ਇਹ ਜਿਹੜੇ ਕੁਝ ਸਿੰਗਰ ਜਾਂ ਕੁਝ ਜਿਹੜੇ ਗੈਂਗਸਟਰ ਨੇ, ਇਹਨਾਂ ਦੀ ਭੜਕਾਊ ਬਿਆਨਬਾਜ਼ੀ 'ਚ ਗੁੰਮਰਾਹ ਹੋ ਕੇ ਉਹ ਲਾਲ ਕਿਲ੍ਹੇ ਵੱਲ ਕੂਚ ਕਰ ਗਈ। ਜਾਂ ਅੱਜ ਆਪਾਂ ਕਹੀਏ ਕਿ ਕਿਸਾਨੀ ਅੰਦੋਲਨ ਜਿਹੜਾ ਕਿ ਬੜਾ ਵਧੀਆ ਸੁਚੇਰੇ ਢੰਗ ਨਾਲ ਚੱਲ ਰਿਹਾ, ਇੱਕ ਪਰੇਡ ਦਾ ਉਹਨਾਂ ਦੀ ਘੋਸ਼ਣਾ ਹੋਣ ਤੋਂ ਬਾਅਦ ਕੁਝ ਲੋਕਾਂ ਦੀ ਗਲਤੀ ਕਾਰਨ ਦੇਸ਼ ਦੇ ਮੱਥੇ ਤੇ ਕਲੰਕ ਲਾਉਣਾ, ਇਹ ਵੀ ਕਿੱਥੇ ਤੱਕ ਵਾਜਬ ਹੈ? ਅਸੀਂ ਕਿਸਾਨਾਂ ਦੇ ਹੱਕ 'ਚ, ਕਿਸਾਨਾਂ ਦੇ ਅੰਦੋਲਨ ਦੇ ਨਾਲ ਆ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ। ਮੋਦੀ ਸਰਕਾਰ ਵੀ ਮੈਂ ਸਮਝਦਾ ਪਿੱਛੇ ਨਹੀਂ ਹੈ। 11-12 ਮੀਟਿੰਗਾਂ ਹੋ ਜਾਣੀਆਂ, ਸਰਕਾਰ ਹਰ ਵੇਲੇ ਕਿਸਾਨਾਂ ਨਾਲ ਟਾਕ ਕਰ ਰਹੀ ਹੈ, ਲੇਕਿਨ ਹੱਲ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਢੰਗ ਨਾਲ ਹੋਵੇ। ਲੇਕਿਨ ਗੱਲ ਫਿਰ ਉੱਥੇ ਆ ਜਾਂਦੀ ਹੈ, ਕਿਸੇ ਇਹ ਝੰਡੇ ਲਗਾਉਣ ਦੀ ਕੋਈ ਐਲਾਨ ਨਹੀਂ ਸੀਗਾ। ਕੁਝ ਲੋਕਾਂ ਦੀ ਸ਼ਰਾਰਤ ਸੀਗੀ। ਕਿਤੇ ਨਾ ਕਿਤੇ ਉਹ ਗੁਰਪਤਵੰਤ ਪੰਨੂ ਜ਼ਰੂਰ ਇਸ ਗੱਲ ਦੇ ਉੱਤੇ ਨੱਚਦਾ ਹੋਏਗਾ ਕਿ ਮੈਂ ਇੱਕ ਐਲਾਨ ਕੀਤਾ, ਦੇਸ਼ ਵਿਰੋਧੀ ਤਾਕਤਾਂ ਨੇ ਐਲਾਨ ਕੀਤਾ ਤੇ ਉਹ ਕੁਝ ਲੋਕਾਂ ਨੇ ਪੂਰਾ ਕਰਤਾ। ਸੋ ਇਹ ਸਾਡੇ ਦੇਸ਼ ਦੇ ਮੱਥੇ ਤੇ ਕਲੰਕ ਹੈ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਦੱਸੋ ਜੀ, ਤੁਹਾਡਾ ਕੀ ਕਹਿਣਾ ਹੈ ਕਿ ਜੋ ਸਰਕਾਰ ਦੇ ਵੱਲੋਂ ਟਿਕਰੀ ਬਾਰਡਰ, ਕੁੰਡਲੀ ਬਾਰਡਰ, ਸਿੰਘੂ ਬਾਰਡਰ ਵੀ ਤਾਂ ਪੱਟ ਕੇ ਉਹਨਾਂ ਦੇ ਉੱਤੇ ਜਿਹੜੇ ਆ ਤਿੱਖੀਆਂ ਨਕੇਲ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਨਾ, ਨੀਲਸ ਲਾ ਦਿੱਤੀਆਂ ਗਈਆਂ ਨੇ ਵੀ ਤਾਂ ਕਿ ਜਿਹੜੀਆਂ ਇੱਧਰ ਉੱਧਰ ਮੂਵਮੈਂਟ ਨਾ ਹੋ ਸਕੇ ਵਹੀਕਲ ਦੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਉਹ ਜਿਸ ਤਰ੍ਹਾਂ ਹੋ ਸਕਦਾ ਸਰਕਾਰ ਤੇ ਜਿਹੜੀ ਇੰਟੈਲੀਜੈਂਸ ਏਜੰਸੀਆਂ ਉਹਨਾਂ ਦਾ ਕਿਤੇ ਨਾ ਕਿਤੇ ਮਕਸਦ ਹੋ ਸਕਦਾ ਵੀ ਮੂਵਮੈਂਟ ਜਿਹੜੀ ਸਟੇਜ ਵੱਲੋਂ ਵੀ ਬਾਹਰ ਨਾ ਹੋਵੇ ਤੇਜ਼ੀ ਨਾਲ, ਤੇ ਬਾਹਰੋਂ ਵੀ ਜਿਹੜੇ ਲੋਕ ਹਮਲਾ ਕਰਨ ਆਉਣ ਕੋਈ ਵਹੀਕਲ ਵਗੈਰਾ ਲੈ ਕੇ, ਤੇ ਉਹਨਾਂ ਨੂੰ ਸ਼ਾਇਦ ਰੋਕਣ ਦੇ ਵਾਸਤੇ ਹੀ ਗੌਰਮੈਂਟ ਨੇ ਇੱਦਾਂ ਦੇ ਕੋਈ ਪ੍ਰਬੰਧ ਕੀਤੇ ਹੋਣੇ ਆ। ਔਰ ਇਹ ਪ੍ਰਬੰਧ ਠੀਕ ਵੀ ਹੈ ਵੀ ਲੋਕ ਕਮ ਸੇ ਕਮ ਵੀ ਇੱਕ ਸਿਕਿਉਰਿਟੀ ਹੋਣੀ ਚਾਹੀਦੀ ਹੈ। ਸਿਕਿਉਰਿਟੀ ਮੈਜ਼ਰਸ ਦੇ ਕਾਰਨ ਹੋ ਸਕਦਾ ਗੌਰਮੈਂਟ ਨੇ ਇਹ ਚੀਜ਼ਾਂ ਲਗਾ ਦਿੱਤੀਆਂ ਹੋਣ ਵੀ ਵਹੀਕਲ ਅੰਦਰ ਨਾ ਆ ਸਕੇ। ਕੇਂਦਰ ਸਰਕਾਰ ਦੇ ਵੱਲੋਂ ਹੁਣ ਲਗਾਤਾਰ ਜਿੰਨੇ ਕੰਮ ਕੀਤੇ ਜਾ ਰਹੇ ਕਿ ਉਹਨਾਂ ਸੰਤੁਸ਼ਟ ਹੋ ਤੁਸੀਂ? ਕਿਸੇ ਵੀ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ, ਕਹਿੰਦੇ ਅਸੀਂ ਨੌਕਰੀਆਂ ਵੀ ਦਿੱਤੀਆਂ ਨੇ, ਅਸੀਂ ਸਾਰਾ ਕੁਝ ਕੀਤਾ, ਡਿਵੈਲਪਮੈਂਟ ਵੀ ਕੀਤੀ, ਤੁਹਾਨੂੰ ਲੱਗਦਾ ਇਸ ਵਾਰ? ਨਹੀਂ ਦੇਖੋ, ਇਹ ਸਰਕਾਰ ਆਈ ਸੀ 2014 'ਚ, ਮੈਂ ਉਹੀ ਕਹਿ ਰਿਹਾ 14 'ਚ ਆਈ ਸੀ। ਜਦੋਂ 2014 ਜਦੋਂ ਆਈ ਸੀ ਉਹਨੇ ਅੱਛੇ ਦਿਨ ਕਿਹਾ ਸੀ ਆਉਣਗੇ, 15 ਲੱਖ ਰੁਪਈਆ ਸਭ ਨੂੰ ਮਿਲੂਗਾ, ਕਾਲਾ ਧਨ ਵਾਪਸ ਆਊਗਾ, 2 ਕਰੋੜ ਸਾਲ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਨਾ ਤਾਂ 2 ਕਰੋੜ ਨੌਕਰੀਆਂ ਦਿੱਤੀਆਂ, ਨਾ 15 ਲੱਖ ਰੁਪਇਆ, ਨਾ ਕਾਲਾ ਧਨ ਆਇਆ। ਜੀ ਆਪਣਾ ਨੋਟਬੰਦੀ ਕੀਤੀ ਹੈ 8 ਨਵੰਬਰ 2016 ਨੂੰ, ਉਹ ਫੇਲ ਸਾਬਤ ਹੋਈ ਹੈ। 99.9% ਜਿਹੜੇ ਆ ਨਾ ਨੋਟ ਚੈਸਟ 'ਚ ਵਾਪਸ ਆ ਗਏ RBI ਦੀ 'ਚ। ਤੇ ਫਿਰ ਕਾਲਾ ਧਨ ਕਿੱਥੇ ਗਿਆ? ਉਸ ਤੋਂ ਬਾਅਦ ਆ ਜਾਓ 15 ਲੱਖ ਰੁਪਇਆ ਕਿਸੇ ਕੋਲ ਨਹੀਂ ਆਇਆ। ਅੱਛੇ ਦਿਨ ਨੂੰ ਲੋਕ ਯਾਦ ਕਰ ਰਹੇ ਸੀ ਵੀ ਅੱਛੇ ਦਿਨ ਆਉਣਗੇ, ਇਹ ਤਾਂ ਉਸ ਤੋਂ ਪਹਿਲੇ ਨਾਲੋਂ ਵੀ ਬੁਰੇ ਦਿਨ ਆ ਗਏ। ਨਾ 2 ਕਰੋੜ ਦੀਆਂ ਨੌਕਰੀਆਂ ਮਿਲੀਆਂ। ਇਸ ਵੇਲੇ ਕਰੋਨਾ ਕਾਲ ਦੇ ਅੰਦਰ ਦੁਨੀਆ ਦੇ ਅੰਦਰ ਸਾਰੀਆਂ ਗੌਰਮੈਂਟਾਂ ਨੇ, ਬਹੁਤ ਸਾਰੀਆਂ ਗੌਰਮੈਂਟਾਂ ਨੇ, ਇੱਕ ਮੈਂ ਸਟੱਡੀ ਪੜ੍ਹੀ ਹੈ ਅਮਰੀਕਨ ਯੂਨੀਵਰਸਿਟੀ ਦੀ, ਉਹ 'ਚ ਉਹਨੇ ਲਿਖਿਆ ਵੀ ਇਹ ਗੌਰਮੈਂਟਸ ਕੋਲ ਇੱਕ ਟੂਲ ਆ ਗਿਆ ਨਵਾਂ, ਹਾਊ ਟੂ ਕੰਟੇਨ ਪੀਪਲਸ ਇਨ ਦੇਅਰ ਸ਼ੈਲ। ਵੀ ਉਹ ਰੋਟੀ ਨਾ ਮੰਗਣ ਸਾਡੇ ਕੋਲੋਂ, ਰੋਜ਼ਗਾਰ ਨਾ ਮੰਗਣ ਸਾਡੇ ਕੋਲ, ਹੈਲਥ ਸਿਸਟਮ ਨਾ ਮੰਗਣ ਸਾਡੇ ਕੋਲ, ਕੋਈ ਹੋਰ ਚੀਜ਼ਾਂ ਨਾ ਮੰਗਣ ਜਿਹੜੀਆਂ ਸਮਾਜ ਦੇ ਵਿੱਚ ਵਿਚਰਨ ਵਾਸਤੇ ਜ਼ਰੂਰੀ ਹੈ। ਕਰੋਨਾ ਦਾ ਰੌਲਾ ਪਾ ਕੇ ਵੀ ਕਾਫੀ ਚੀਜ਼ਾਂ ਨੂੰ ਕੰਟੇਨ ਕੀਤਾ ਗਿਆ। ਅੱਜ ਜਿਸ ਤਰ੍ਹਾਂ ਕ੍ਰਿਸ਼ੀ ਬਿੱਲ ਸੀਗੇ, ਫਾਰਮਸ ਬਿੱਲ ਆਏ ਆ, ਇਹ ਕਰੋਨਾ 'ਚ ਲੈ ਆਂਦੇ, ਆਰਡੀਨੈਂਸ 'ਚ ਲੈ ਆਂਦੇ, ਬਾਅਦ 'ਚੋਂ ਬਿੱਲ ਲੈ ਆਂਦਾ, ਪਾਰਲੀਮੈਂਟ 'ਚ ਅੱਛੀ ਤਰ੍ਹਾਂ ਬਹਿਸ ਨਹੀਂ ਹੋਈ। ਜਦਕਿ ਡਿਪਟੀ ਚੇਅਰਮੈਨ ਜਿਹੜਾ ਹੁੰਦਾ ਆਪਣਾ ਰਾਜ ਸਭਾ ਦਾ, ਉਹਨੂੰ ਇੱਕ ਵੀ ਜੇ ਮੈਂਬਰ ਇਹ ਗੱਲ ਕਹਿ ਦੇਵੇ ਵੀ ਵੋਟਿੰਗ ਹੋਣੀ ਚਾਹੀਦੀ ਹੈ, ਉਹ ਵੋਟਿੰਗ ਹੁੰਦੀ ਹੈ। ਪਰ ਇਹਨਾਂ ਨੇ ਮਾਈਕ ਡਾਊਨ ਕਰਕੇ ਵੋਟਿੰਗ ਨਹੀਂ ਕਰਾਈ, ਇੱਦਾਂ ਹੀ ਧੱਕੇ ਨਾਲ ਬਲਕਿ ਕਲੈਪਿੰਗ ਕਰਕੇ ਜਿੱਦਾਂ ਵੀ ਮੇਜਾ ਥੱਪ ਦਬਾ ਕੇ ਬਿੱਲ ਪਾਸ ਕਰਤਾ। ਉਹ ਤੋਂ ਬਾਅਦ ਬਿਜਲੀ ਦਾ ਬਿੱਲ ਹੁਣ ਵੀ ਜਿਹੜੀਆਂ ਬਾਕੀ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੇ ਫਿਰ ਵਿਰੋਧ ਕਰਨਾ ਸੀਗਾ ਸੈਸ਼ਨ ਦੇ ਵਿੱਚ, ਪਰ 17 ਪਾਰਟੀਆਂ ਨੇ ਬਾਈਕਾਟ ਕੀਤਾ ਇਹਨਾਂ ਦਾ। ਰਾਸ਼ਟਰਪਤੀ ਦਾ ਜਿਹੜਾ ਐਡਰੈਸ ਸੀਗਾ ਉਹਨੂੰ 17 ਪਾਰਟੀਆਂ ਨੇ ਮਤਲਬ ਕਿ ਡਿਕਲਾਈਨ ਕਰਤਾ। ਪਾਰਲੀਮੈਂਟ 'ਚ ਉਹਨਾਂ ਨੇ ਸ਼ਮੂਲੀਅਤ ਨਹੀਂ ਦਿੱਤੀ ਰਾਸ਼ਟਰਪਤੀ ਦੇ ਭਾਸ਼ਣ ਨੂੰ। ਉਹਦੇ ਵਿੱਚ ਇਹ ਹੈ ਕੁਛ ਉਹਨਾਂ ਨੇ ਚੁਣਿੰਦਾ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਕਰਕੇ ਜਾਂ ਇਹ ਮੇਜਰਮੈਂਟ ਲਗਾ ਕੇ ਜਾਂ ਇਸ ਤਰ੍ਹਾਂ ਦਾ ਪੈਰਾਮੀਟਰ ਫਿੱਟ ਕਰਕੇ ਉਹਨਾਂ ਨੇ ਕਈ ਐਸੇ ਲੋਕਾਂ ਨੂੰ ਪਾਰਲੀਮੈਂਟ 'ਚ ਜਾਣ ਤੋਂ ਵੰਚਿਤ ਕਰਤਾ ਜਿਹੜੇ ਲੋਕ ਮਤਲਬ ਕਿ ਰਾਸ਼ਟਰਪਤੀ ਦੇ
ਐਡਰੈਸ ਦੇ ਉੱਤੇ ਕੁਝ ਆਵਾਜ਼ ਚੱਕ ਸਕਦੇ ਸੀ। ਇੱਕ ਰਵਨੀਤ ਬਿੱਟੂ ਨੂੰ ਕਾਂਗਰਸ ਵੱਲੋਂ ਮਨਜ਼ੂਰੀ ਮਿਲੀ ਕਿਉਂਕਿ ਉਹ ਕਮੇਟੀਆਂ ਦੇ ਚੇਅਰਮੈਨ ਹੈ ਕੁਝ ਦੇ, ਉਹਨੂੰ ਚੇਅਰਮੈਨ ਮਿਲੀ। ਭਗਵੰਤ ਮਾਨ ਨੂੰ ਮੌਕਾ ਨਹੀਂ ਮਿਲਿਆ, ਔਜਲਾ ਸਾਹਿਬ ਨੂੰ ਮੌਕਾ ਨਹੀਂ ਮਿਲਿਆ, ਜਾਂ ਕਾਂਗਰਸ ਅਕਾਲੀਆਂ ਦੇ ਬੀਜੇਪੀ ਦੇ ਆਪਣਾ ਸੁਖਬੀਰ ਬਾਦਲ ਨੂੰ ਮੌਕਾ ਨਹੀਂ ਮਿਲਿਆ। ਇੱਥੇ ਸਾਡਾ ਪਾਰਟੀਆਂ ਦਾ ਬਖਰੇਵਾ ਹੋ ਸਕਦਾ ਪੰਜਾਬ ਦੇ ਵਿੱਚ, ਪਰ ਅਸੀਂ ਇਹ ਕਹਿੰਦੇ ਕਿਸਾਨੀ ਅੰਦੋਲਨ ਤੇ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ। ਚੀਫ ਮਿਨਿਸਟਰ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਹੈ, ਉਹਦੇ 'ਚ ਮੇਰੇ ਹਿਸਾਬ ਦੇ ਨਾਲ ਜਿੱਦਾਂ ਦਾ ਅਕਾਲੀ ਦਲ ਦਾ ਰਵੱਈਆ ਹੈ ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਕਮ ਸੇ ਕਮ ਜਿਹੜੀ ਚੀਫ ਮਿਨਿਸਟਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਆਲ ਪਾਰਟੀ ਮੀਟਿੰਗ, ਉਹਦੇ 'ਚ ਜਾਣਾ ਚਾਹੀਦਾ, ਉਹ 'ਚ ਆਪਣੇ ਵਿਚਾਰ ਰੱਖਣੇ ਚਾਹੀਦੇ ਆ। ਪੋਲੀਟੀਕਲੀ ਮਤਭੇਦ ਹੋ ਸਕਦੇ ਆ ਪਰ ਕਿਸਾਨੀ ਉੱਤੇ ਮਤਭੇਦ ਨਹੀਂ ਹੋਣਾ ਚਾਹੀਦਾ। ਕਿਸਾਨੀ ਉੱਤੇ ਤਾਂ ਸਾਨੂੰ ਇੱਕ ਮੁੱਢ ਹੋਣਾ ਚਾਹੀਦਾ। ਜਿਸ ਤਰ੍ਹਾਂ ਟਕੈਤ ਸਾਹਿਬ ਨੇ ਚਾਹੇ ਰੋ ਕੇ ਚਾਹੇ ਜਿਸ ਤਰ੍ਹਾਂ ਮਰਜ਼ੀ ਵੀ ਕੀਤਾ, ਉਹਨਾਂ ਨੇ ਆਪਣੇ ਬਾਰਡਰ ਨੂੰ ਕੰਸੋਲੀਡੇਟ ਕਰ ਲਿਆ। ਪਹਿਲਾਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਰੌਲਾ ਹੁੰਦਾ ਸੀ, ਅੱਜ ਗਾਜੀਪੁਰ ਬਾਰਡਰ ਜਿਹੜਾ ਉਹ ਲੀਡ ਕਰ ਰਿਹਾ। ਮਤਲਬ ਕਿ ਮੈਂ ਅਪਰੋਕਸੀਮੇਟਲੀ ਮੈਨੂੰ ਵੀ ਕਿਸੇ ਮਿੱਤਰ ਨੇ ਕਿਹਾ ਵੀ ਉੱਥੇ 5.5 ਲੱਖ ਬੰਦੇ ਦੀ ਭੀੜ ਇਕੱਠੀ ਹੋ ਗਈ, ਹਜ਼ਾਰਾਂ ਹੀ ਟਰੈਕਟਰ ਉੱਥੇ ਵੱਧ ਗਿਆ, ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ਹੋ ਗਈ ਹੈ। ਸਿੰਘੂ ਬਾਰਡਰ ਤੇ ਦਬਾਅ ਸੀਗਾ, ਸਿੰਘੂ ਬਾਰਡਰ ਵੀ ਕੰਸੋਲੀਡੇਟ ਹੋ ਗਿਆ, ਹਰਿਆਣੇ ਵਾਲਿਆਂ ਨੇ ਕਰਤਾ। ਦੇਖੋ ਜਿਹੜੇ ਲੋਕ ਕੁਝ ਪੰਜਾਬ ਦੇ ਅੰਦਰ ਵੱਖਵਾਦੀਆਂ ਗੱਲਾਂ ਕਰਦੇ ਸੀ, ਮੈਂ ਆਪਣੀ ਹੋਸ਼ 'ਚ ਹੀ ਦੇਖਿਆ, ਚਾਹੇ ਉਹ ਸਿੰਗਰ ਸੀ ਚਾਹੇ ਉਹ ਪੋਲੀਟੀਕਲ ਲੀਡਰ ਸੀ, ਅੱਜ ਉਹ ਹਰਿਆਣਾ ਔਰ ਪੰਜਾਬ ਨੂੰ ਛੋਟਾ ਵੱਡਾ ਭਾਈ ਕਹਿ ਰਹੇ ਆ। ਇਹ ਮਜਬੂਰੀ ਵੀ ਹੋ ਸਕਦੀ ਹੈ, ਪਰ ਮੈਂ ਕਹਿੰਦਾ ਜੇ ਰਿਸ਼ਤੇ ਕਾਇਮ ਰਹਿਣ ਤੇ ਸਾਡੇ ਖਿੱਤੇ ਵਾਸਤੇ ਬਹੁਤ ਵਧੀਆ। ਸਾਡੇ ਨਾਰਥ ਜ਼ੋਨ ਵਾਸਤੇ ਯੂਪੀ ਦਾ, ਵੈਸਟਰਨ ਯੂਪੀ ਹੋਵੇ, ਰਾਜਸਥਾਨ ਹੋਵੇ, ਪੰਜਾਬ ਹੋਵੇ, ਹਰਿਆਣਾ ਹੋਵੇ, ਇਕੱਠੇ ਹੋਣ ਤੇ ਇਹਨਾਂ ਦੇ ਕਿਸਾਨਾਂ ਦੇ ਮਸਲੇ ਜਿਹੜੇ ਜਲਦੀ ਹੱਲ ਹੋ ਜਾਣਗੇ। ਉਹਨੇ ਗੱਲ ਕਰਦੇ ਆ ਜਿਵੇਂ ਹੁਣ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਇਕੱਠੇ ਭਰਾ ਕਿਹਾ ਜਾ ਰਿਹਾ, ਹੁਣ ਭਰਾ ਬਣ ਕੇ ਬੈਠੇ ਹੋਏ ਨੇ, ਲੇਕਿਨ ਫਿਰ ਪਾਣੀ ਦੇ ਮਸਲੇ ਉੱਤੇ ਲੜਾ ਸਕਦੇ ਨੇ। ਫਿਰ ਕਹਿਣਗੇ ਪਾਣੀ ਜਿਹੜਾ ਹਰਿਆਣੇ ਦਾ ਦਿਓ ਜੀ ਔਰ ਪੰਜਾਬ ਦਾ ਪਾਣੀ ਦਿਓ, ਆਪਸ ਵਿੱਚ ਲੜਾਉਂਦੇ ਫਿਰਨਗੇ ਦੁਬਾਰਾ। ਸਰਕਾਰਾਂ ਦਾ ਕੰਮ ਹੀ ਸ਼ੁਰੂ ਤੋਂ ਲੜਾਣਾ ਰਿਹਾ, ਪਰ ਮੈਂ ਕਹੂੰਗਾ ਪੰਜਾਬ ਔਰ ਹਰਿਆਣਾ ਹਮੇਸ਼ਾ ਇਕੱਠਾ ਹੈ ਤੇ ਇਕੱਠਾ ਹੀ ਰਵੇ। ਇਕੱਠਾ ਰਹੇਗਾ ਤੇ ਜੰਗ ਜਿੱਤਣ ਨੂੰ ਸਾਨੂੰ ਬਹੁਤਾ ਟਾਈਮ ਨਹੀਂ ਲੱਗੇਗਾ। ਮੋਦੀ ਨੂੰ ਉਹਦੀ ਔਕਾਤ ਦਿਖਾ ਦੇਂਗੇ, ਹਰਿਆਣਾ ਔਰ ਪੰਜਾਬ ਉਹਦੀ ਔਕਾਤ ਦਿਖਾ ਦੇਗਾ ਮੋਦੀ ਨੂੰ। ਤੇ ਮੈਂ ਇਹੀ ਕਹੂੰਗਾ ਕਿ ਜਲਦ ਤੋਂ ਜਲਦ ਇਹ ਮਸਲਾ ਹੱਲ ਕਿਸਾਨਾਂ ਨਾਲ ਹੋ ਜਾਵੇ। ਗਾਜ਼ੀਪੁਰ ਬਾਰਡਰ ਦੇ ਉੱਤੇ ਜਿਹੜੇ ਆ ਰਾਕੇਸ਼ ਟਕੈਤ ਜਿਹੜੇ ਨੇ ਉਹਨਾਂ ਦੇ ਹੰਝੂ ਨਿਕਲ ਗਏ। ਉਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਸੀ ਵੀ ਜਿਹੜੇ ਜਿਸ ਤਰੀਕੇ ਨਾਲ ਸਰਕਾਰ ਚੱਲਦੀ ਪਈ, ਸਰਕਾਰ ਬਹੁਤ ਜਲਦੀ ਢਹਿ ਢੇਰੀ ਹੋ ਜਾਊਗੀ, ਸਾਡੀਆਂ ਮੰਗਾਂ ਮੰਨੋ, ਵੀ ਇਤਨਾ ਅਤਿਆਚਾਰ ਨਾ ਕਰੋ। ਜਿਸ ਤੋਂ ਬਾਅਦ ਲੋਕ ਜਿਹੜੇ ਨੇ ਯੂਪੀ ਦੇ ਵਿੱਚੋਂ ਉੱਠ ਕੇ ਕਿਸਾਨ ਜਿਹੜੇ ਆ ਰਾਤੋਂ ਰਾਤ ਉੱਥੇ ਪਹੁੰਚ ਗਏ। ਫਿਰ ਪੰਜਾਬ ਹਰਿਆਣਾ ਸਾਰੇ ਉੱਥੇ ਪਹੁੰਚ ਰਹੇ ਨੇ, ਨੰਬਰਿੰਗ ਹੋਰ ਵੀ ਜ਼ਿਆਦਾ ਵੱਧ ਗਈ ਉੱਥੇ ਕਿਸਾਨਾਂ ਦੀ, ਲੇਕਿਨ ਸਰਕਾਰ ਇਸ ਗੱਲ ਨੂੰ ਮੰਨ ਰਹੀ ਵੀ ਉੱਥੇ ਬਹੁਤ ਸਾਰੇ ਕਿਸਾਨ ਬੈਠੇ ਹੋਏ। ਉਹ ਜਿਹੜਾ ਹੰਝੂ ਜਿਹੜਾ ਨਿਕਲਿਆ ਉਹਨਾਂ ਦੇ, ਉਹ ਹੰਝੂ ਸੀਗਾ, ਇੱਕ ਦਿਲੋਂ ਹੰਝੂ ਨਿਕਲਿਆ, ਤਾਂ ਹੀ ਉੱਥੇ ਲੱਖਾਂ ਦੀ ਤਾਦਾਦ ਦੁਨੀਆ ਪਹੁੰਚ ਗਈ। ਉਹ ਦਿਖਾਵੀ ਹੰਝੂ ਨਹੀਂ ਸੀਗਾ। ਜੇ ਥੋੜਾ ਜਿਹਾ ਹੰਝੂ ਇਹ ਕਿਸਾਨਾਂ ਦੇ ਹੋਰ ਨਿਕਲ ਗਏ ਤੇ ਸਰਕਾਰ ਨੂੰ ਭਾਜੜਾ ਪੈ ਜਾਊਗੀ। ਮੈਂ ਤਾਂ ਇਹੀ ਕਹੂੰਗਾ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਇਹ ਬਿੱਲ ਰੱਦ ਕੀਤੇ ਜਾਣ, ਨਹੀਂ ਤਾਂ ਬਹੁਤ ਔਖਾ ਹੋ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ। ਇਸ ਕਰਕੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਸਾਨਾਂ ਦਾ। ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹ ਕਹਿੰਦਾ ਦੇਖੋ ਜਿਹੜਾ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਨਾਰਥ ਇੰਡੀਆ ਦੇ ਵਿੱਚ 120 ਸੀਟਾਂ ਦੇ ਉੱਤੇ ਇਹਦਾ ਅਸਰ ਹੈ। ਵੈਸਟਰਨ ਯੂਪੀ, ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ, ਦਿੱਲੀ ਸਮੇਤ, ਮਤਲਬ ਕਿ ਮੱਧ ਪ੍ਰਦੇਸ਼ ਲੈ ਕੇ 120 ਸੀਟਾਂ ਦੇ ਉੱਤੇ ਦਾ ਅਸਰ ਹੈਗਾ। ਔਰ ਜੇ 120 ਸੀਟਾਂ ਦੇ ਉੱਤੇ ਕਿਸਾਨ ਕਾਰਡ ਖੇਲਿਆ ਜਾਂਦਾ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਾਂ ਮੌਜੂਦਾ ਹੀ ਇਹ ਸੈਸ਼ਨ ਦੇ ਦੌਰਾਨ ਹਰਿਆਣਾ ਸਰਕਾਰ ਤਾਂ ਜਾਊਗੀ। ਇਹ ਕਨਫਰਮ ਹੈ, ਅੱਜ ਜਾਵੇ 15 ਦਿਨ ਨੂੰ ਜਾਵੇ, 20 ਦਿਨ ਨੂੰ ਜਾਵੇ, ਮਹੀਨੇ ਨੂੰ ਜਾਵੇ, ਪਰ ਪਾਰਲੀਮੈਂਟ ਦੇ ਉੱਤੇ ਵੀ ਬੜਾ ਵੱਡਾ ਦਬਾਅ ਹੋਊਗਾ। 173 ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਉੱਥੇ ਕਿਸਾਨ ਘੋਸ਼ਿਤ ਕੀਤਾ ਹੋਇਆ। ਜੇ 173 ਇਹੀ ਲੋਕ ਸਰਕਾਰ ਨੂੰ, ਚਾਹੇ ਉਹ ਬੀਜੇਪੀ ਦੇ ਹੋਣ, ਚਾਹੇ ਕਾਂਗਰਸ ਦੇ ਹੋਣ, ਚਾਹੇ ਹੋਰ ਕਿਸੇ ਵੀ ਪਾਰਟੀ ਦੇ ਹੋਣ, ਜੇ ਇਹੀ 173 ਲੋਕ ਆਪਣਾ ਦਬਾਅ ਬਣਾਉਣ ਤੇ ਕ੍ਰਿਸ਼ੀ ਬਿੱਲ ਵਾਪਸ ਹੋ ਸਕਦੇ। ਨੋ ਡਾਊਟ ਵੀ ਇਹ 173 ਬੰਦੇ ਦਾ ਕੋਈ ਪ੍ਰੈਸ਼ਰ ਨਹੀਂ ਹੋਊਗਾ, ਬਹੁਤ ਵੱਡਾ ਪ੍ਰੈਸ਼ਰ ਹੋਊਗਾ। ਉਹਦੇ 'ਚ ਬੀਜੇਪੀ ਦੀ ਵੀ ਸ਼ਮੂਲੀਅਤ ਚਾਹੀਦੀ ਹੈ, ਕਾਂਗਰਸ ਦੀ ਵੀ ਚਾਹੀਦੀ ਹੈ, ਸਪਾ ਦੀ ਵੀ ਚਾਹੀਦੀ, ਸਭ ਦੀ ਚਾਹੀਦੀ ਹੈ। ਜੇ 173 545 ਦੇ ਵਿੱਚੋਂ ਇਹ ਲੋਕ ਕਹਿਣ ਵੀ ਬਿੱਲ ਵਾਪਸ ਹੋਵੋ, ਤੇ ਮੋਦੀ ਸਾਹਿਬ ਦੀ ਕੋਈ ਤਾਕਤ ਨਹੀਂ ਹੈ ਬਿੱਲ ਵਾਪਸ ਲਾਉਣ। ਬਿੱਲ ਵਾਪਸ ਹੀ ਹੋਣਗੇ। ਔਰ ਮੈਨੂੰ ਹੁਣ ਵੀ ਲੱਗਦਾ ਵੀ ਕਿਸਾਨਾਂ ਦਾ ਬਿੱਲ ਜਿਹੜਾ ਲੇਟ ਸਵੇਰ ਵਾਪਸ ਜ਼ਰੂਰ ਹੋਊਗਾ। ਇਹੀ ਲੈ ਕੇ ਸ਼ੰਕਾ ਹੋ ਰਹੀ ਹੈ, ਜਿਹੜੀ ਤੁਹਾਡੇ ਕੋਲ ਪੁੱਛਦਾ ਵਾਂ। ਲੋਕਾਂ ਵਿੱਚ ਇਹੀ ਸ਼ੰਕਾ ਆ ਵੀ ਜਦ ਵਿਰੋਧ ਹੋ ਸਕਦੇ ਉਸ ਵੇਲੇ ਉਹਨਾਂ ਨੇ ਬਾਈਕਾਟ ਕਿਉਂ ਕੀਤਾ ਸੀ, ਵਿਰੋਧ ਕਿਉਂ ਨਹੀਂ ਕੀਤਾ ਇਹਨਾਂ ਜਦੋਂ ਬਿੱਲ ਪਾਸ ਕੀਤੇ ਜਾਣੇ ਸੀਗੇ? ਮੈਂ ਦੇਖੋ ਕਿਸਾਨਾਂ ਦੇ ਹੱਕ 'ਚ ਪਹਿਲੇ ਵੀ ਕਿਹਾ ਵੀ ਅਸੀਂ ਪੂਰੀ ਤਰੀਕੇ ਨਾਲ ਖੜੇ ਹਾਂ, ਲੇਕਿਨ ਜਿੱਥੇ ਤੱਕ ਗੱਲ ਰਾਜਨੀਤਿਕ ਪਾਰਟੀਆਂ ਦੀ, ਜੇ ਮੋਦੀ ਸਰਕਾਰ ਕਸੂਰਵਾਰ ਹੈ, ਜੇ ਇਹ ਬਿੱਲਾਂ 'ਚ ਵਾਕਈ ਕੁਝ ਗਲਤ ਹੈ, ਤਾਂ ਉਹਦੀ ਸਰਕਾਰ ਦੇ ਨਾਲ ਨਾਲ ਕਾਂਗਰਸ ਵੀ ਜ਼ਿੰਮੇਦਾਰ ਹੈ, ਅਕਾਲੀ ਦਲ ਵੀ ਜ਼ਿੰਮੇਦਾਰ ਹੈ, ਆਮ ਆਦਮੀ ਪਾਰਟੀ ਵੀ ਜ਼ਿੰਮੇਦਾਰ ਹੈ, ਜਾਂ ਬਾਕੀ ਜਿੰਨੀਆਂ ਵੀ ਪਾਰਟੀਆਂ ਉਸ ਸਾਡੇ ਚੁਣਿੰਦਾ ਨੇ ਮੈਂਬਰ ਪਾਰਲੀਮੈਂਟ, ਉਹ ਸਭ ਜ਼ਿੰਮੇਦਾਰ ਨੇ। ਪਹਿਲਾਂ ਤਾਂ ਉਹਨਾਂ ਨੇ ਵੇਟ ਐਂਡ ਵਾਚ ਦੀ ਰਾਜਨੀਤੀ ਕੀਤੀ। ਇਹਦਾ ਮਤਲਬ ਜਦੋਂ ਪੰਜਾਬ ਦੇ ਵਿੱਚ ਸਤੰਬਰ ਦੇ ਅੰਦਰ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ, ਕਿਸਾਨ ਰੇਲਵੇ ਟਰੈਕ ਤੇ ਬੈਠੇ, ਟੋਲ ਟੈਕਸ ਤੇ ਬੈਠੇ, ਮਤਲਬ ਉਹਨਾਂ ਨੇ ਧਰਨੇ ਲਾਣੇ ਸ਼ੁਰੂ ਕਰ ਦਿੱਤੇ, ਉਸ ਟਾਈਮ ਕਿਉਂ ਕੋਈ ਪਾਰਟੀਆਂ ਨਹੀਂ ਬਾਂਹ ਫੜਨ ਆਈ? ਜਦੋਂ ਇਹ ਅੰਦੋਲਨ ਬੜਾ ਵੱਡਾ ਰੂਪ ਰੇਖਾ ਦਾ ਜਿਹੜਾ ਬਣ ਗਿਆ, ਬੜਾ ਵੱਡਾ ਇਹਦਾ ਨਜ਼ਰੀਆ ਲੋਕਾਂ ਦੇ ਵਿੱਚ ਵਿਊ ਆ ਗਏ, ਤਾਂ ਅਕਾਲੀ ਦਲ ਇੱਕੋ ਦਮ ਆਪਣੀ ਸੈਂਟਰਲ ਮਿਨਿਸਟਰੀ ਛੱਡ ਦਿੰਦਾ, ਇੱਕੋ ਦਮ ਕਾਂਗਰਸ ਪਾਰਟੀ ਵੀ ਭੱਜੀ ਫਿਰਦੀ ਹੈ ਕਿਸਾਨਾਂ ਦੀ। ਰਾਜਨੀਤੀ ਮਤਲਬ ਚਮਕਾਉਣ ਦੀ ਕੋਸ਼ਿਸ਼। ਇਹਦੇ 'ਚ ਬਹੁਤ ਵੱਡੀ ਰਾਜਨੀਤੀ ਹੈ ਜੀ।
ਰਾਜਨੀਤੀ ਹੈਗੀ ਹੈ, ਕਿਸਾਨਾਂ ਦੀ ਆੜ ਦੇ ਵਿੱਚ ਹਰ ਰਾਜਨੀਤਿਕ ਦਲ ਆਪਣੀ ਰਾਜਨੀਤੀ ਵੀ ਕਰ ਰਿਹਾ। ਇਸ ਗੱਲ ਤੋਂ ਕੋਈ ਵੀ ਡਿਨਾਈ ਨਹੀਂ ਕਰ ਸਕਦਾ। ਇਹੀ ਸ਼ਾਇਦ ਕਾਰਨ ਨੇ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਵੀ ਉੱਥੇ ਆਉਣ ਵਾਲੇ ਹਰ ਰਾਜਨੀਤਿਕ ਦਲ ਨੂੰ ਨਖੇਧ ਕਰ ਰਹੇ ਆ, ਉੱਥੋਂ ਭਜਾ ਰਹੇ ਆ, ਖਦੇੜ ਰਹੇ ਆ। ਸੋ ਅੱਜ ਜੇ ਇਹਨਾਂ ਬਿੱਲਾਂ ਦੇ ਵਿੱਚ ਕਿਸਾਨ ਹਿਤੈਸ਼ੀ ਕੋਈ ਗੱਲ ਨਹੀਂ ਸੀ ਤਾਂ ਕਿਉਂ ਸਾਰੀਆਂ ਪਾਰਟੀਆਂ ਨੇ ਇਹਨੂੰ ਹਸਤਾਖਰ ਕਰ ਦਿੱਤੇ? ਸੰਸਦ ਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਜ਼ਬਰਦਸਤੀ ਕੋਈ ਬਿੱਲ ਪੈਦਾ ਹੋ ਜਾਏਗਾ। ਨਹੀਂ ਤਾਂ ਇਸ ਤੋਂ ਪਹਿਲਾਂ ਜਿਹੜੇ ਬਿੱਲ ਲਾਗੂ ਹੋਏ ਨੇ, ਚਾਹੇ ਉਹ ਧਾਰਾ 370 ਸੀ, NAACC ਜਿਹੜੀ ਆਪਣੀ ਸੀਗੀਆਂ, ਇਸ ਤੋਂ ਪਹਿਲਾਂ ਜਿੰਨੇ ਵੀ ਬਿੱਲ ਪੈਦਾ ਹੋਏ ਨੇ ਜਾਂ ਕਾਨੂੰਨ ਆਉਣ ਵਾਲੇ ਟਾਈਮ 'ਚ ਵੀ ਲਾਗੂ ਹੋਣੇ ਆ, ਉਹ ਗਲਾ ਘੋਟ ਕੇ ਨਹੀਂ ਹੁੰਦੇ। ਸਾਡੇ ਜਿਹੜੇ ਜਨਤਾ ਦੇ ਚੁਣੇ ਹੋਏ ਜਿਹੜੇ ਹੁੰਦੇ ਨੇ ਰਿਪਰੈਜ਼ੈਂਟੇਟਿਵ, ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਉਹ ਹਰ ਇੱਕ ਮੈਂਬਰ ਪਾਰਲੀਮੈਂਟ ਲੱਖਾਂ ਦੀ ਤਾਦਾਦ ਨੂੰ ਇੱਕ ਨੁਮਾਇੰਦਗੀ ਕਰਦਾ। ਤੇ ਕਿਸੇ ਦੀ ਵੀ ਸਰਕਾਰ ਦੀ, ਮੈਂ ਕਹਿੰਦਾ ਖਾਲੀ ਮੋਦੀ ਸਰਕਾਰ ਨਹੀਂ, ਕੋਈ ਵੀ ਸਰਕਾਰ ਮੈਂ ਨਹੀਂ ਸਮਝਦਾ ਪਾਵਰ ਰੱਖਦੀ ਹੋਏਗੀ ਉਸ ਦਾ ਗਲਾ ਘੋਟਣ ਦਾ। ਇਹ ਜਿੰਨੇ ਵੀ ਬਿੱਲ ਪਾਸ ਹੁੰਦੇ ਸਭ ਦੀ ਸਹਿਮਤੀ ਨਾਲ ਹੋਏ ਆ। ਕਿਸਾਨਾਂ ਦੀ ਇਸ ਮੁੱਦੇ ਦੇ ਵਿੱਚ ਬਹੁਤ ਵੱਡੀ ਰਾਜਨੀਤੀ ਵੀ ਹੋਈ ਹੈ। ਅੱਜ ਸਾਰੀਆਂ ਹੀ ਪਾਰਟੀਆਂ ਇੱਕੋਦਮ ਮੋਦੀ ਸਰਕਾਰ ਦੇ ਖਿਲਾਫ ਹੋ ਗਈਆਂ। ਉਸ ਟਾਈਮ ਹੁੰਦੀ ਆ ਜਦੋਂ ਕਿਸਾਨਾਂ ਨੇ ਇਹਨੂੰ ਸ਼ੁਰੂਆਤੀ ਦੌਰ ਤੇ ਕਿਹਾ ਵੀ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ ਹੈ, ਤਾਂ ਕਿਉਂ ਨਹੀਂ ਕਿਸਾਨਾਂ ਦੀ ਬਾਂਹ ਫੜੀ ਗਈ? ਇਹਨੂੰ ਇੰਨਾ ਵੱਡਾ ਕਿਉਂ ਅੰਦੋਲਨ ਨੂੰ ਹੋਣ ਦਿੱਤਾ ਗਿਆ? ਕਿਤੇ ਨਾ ਕਿਤੇ ਇਹਦੇ ਪਿੱਛੇ ਇੱਕ ਛੁਪਿਆ ਹੋਇਆ ਰਾਜਨੀਤਿਕ ਏਜੰਡਾ ਵੀ ਹੈ। ਇਸ ਗੱਲ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਅਖੀਰਲਾ ਕੁਐਸਚਨ ਹੈ ਜੀ, ਵਰਲਡ ਲੈਵਲ ਦੇ ਉੱਤੇ ਗੱਲ ਚੱਲੀ ਗਈ ਇੰਡੀਆ ਦੀ ਇਸ ਐਜੀਟੇਸ਼ਨ ਦੇ ਬਾਰੇ ਕੀ ਅੰਦੋਲਨ ਚੱਲਦਾ ਪਿਆ। ਵਰਲਡ ਦਾ ਪਹਿਲਾ ਅਜਿਹਾ ਅੰਦੋਲਨ, ਸਭ ਤੋਂ ਵੱਡਾ, ਜਿਹਦੇ ਵਿੱਚ ਹਿੰਸਾ ਨਹੀਂ ਹੋਈ ਉਸ ਤਰੀਕੇ ਨਾਲ ਜਿਵੇਂ ਮੰਨਿਆ ਜਾਂਦਾ ਸੀਗਾ, ਲੇਕਿਨ ਸਰਕਾਰ ਇਸ ਨੂੰ ਡਿਨਾਈ ਕਰਦੀ ਆ ਵੀ ਇਹ ਅੰਦੋਲਨ ਬਹੁਤ ਵੱਡਾ, ਵੀ ਇਹ ਅੰਦੋਲਨ ਸਾਡੇ ਤੇ ਚੱਲ ਹੀ ਰਿਹਾ। ਇੱਕ ਤਰ੍ਹਾਂ ਦਾ ਇਹ ਡਿਨਾਈ ਹੋ ਗਿਆ, ਇੱਕ ਤਰ੍ਹਾਂ ਦਾ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੈਗਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੇਕਿਨ ਜਦੋਂ ਬਾਹਰਲੀ ਕੰਟਰੀ ਕੋਈ ਵਿੱਚ ਇੰਟਰਫੇਅਰ ਕਰਦੀ ਹੈ ਤਾਂ ਬਾਅਦ ਵਿੱਚ ਸਰਕਾਰ ਦੇ ਵੱਲੋਂ ਕਹਿੰਦੇ ਸਾਡੇ ਅੰਦਰੂਨੀ ਮਾਮਲੇ 'ਚ ਦਖਲ ਨਾ ਦਿਵੋ। ਦੇਖੋ, ਮੈਂ ਨਹੀਂ ਸਮਝਦਾ ਵੀ ਸਰਕਾਰ ਇਸ ਅੰਦੋਲਨ ਨੂੰ ਅਣਦੇਖਾ ਕਰ ਰਹੀ ਹੈ। ਇਸ ਤਰੀਕੇ ਨਾਲ ਕੋਈ ਗੱਲ ਨਹੀਂ ਹੈ, ਕਿਉਂਕਿ 11-12 ਮੀਟਿੰਗਾਂ ਕੇਂਦਰ ਸਰਕਾਰ ਵੱਲੋਂ ਕਰ ਲਿੱਤੀ ਜਾਣੀਆਂ, ਇਹ ਵੀ ਛੋਟੀ ਗੱਲ ਨਹੀਂ ਆਪਾਂ ਕਹਿ ਸਕਦੇ। ਕਿਤੇ ਨਾ ਕਿਤੇ ਸਰਕਾਰ ਸੀਰੀਅਸ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੀਰੀਅਸ ਨੇ। ਜ਼ਰੂਰ ਇਸ ਗੱਲ ਦੇ ਨਾਲ ਜ਼ਰੂਰ ਮੈਂ ਇਤਫਾਕ ਬਿਲਕੁਲ ਨਹੀਂ ਰੱਖਦਾ ਕਿ ਇਸ ਅੰਦੋਲਨ ਨੂੰ ਸਮਾਪਤ ਕਰ ਦੇਣਾ ਚਾਹੀਦਾ, ਸਮਾਪਤ ਹੋਣਾ ਚਾਹੀਦਾ। ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਕਿਸਾਨ ਸ਼ਹੀਦ ਹੋ ਰਹੇ ਆ, ਉਹਨਾਂ ਦੇ ਪਰਿਵਾਰਾਂ ਨੂੰ ਦੇਖਦੇ ਹੋਏ, ਇੰਨੀ ਠੰਡੀ ਠੰਡ ਦੇ ਵਿੱਚ ਸੜਕਾਂ 'ਤੇ ਬੈਠ ਕੇ ਗੁਜ਼ਾਰਾ ਕਰ ਰਹੇ ਆ, ਉਹਨੂੰ ਮੁੱਖ ਰੱਖਦੇ ਹੋਏ ਕੁਝ ਟਾਈਮ ਵਾਸਤੇ ਸਰਕਾਰ ਇਹਨੂੰ ਬੰਦ ਕਰ ਸਕਦੀ ਹੈ। ਆਉਣ ਵਾਲੇ ਟਾਈਮ 'ਚ ਫਿਰ ਦੁਬਾਰਾ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ, ਕਿਸਾਨਾਂ ਨੂੰ ਸਮਝਾ ਕੇ, ਮੈਂ ਫਿਰ ਇਹੀ ਗੱਲ ਕਹਿ ਰਿਹਾ, ਜੇ ਇਹ ਬਿੱਲ ਕਿਸਾਨ ਹਿਤੈਸ਼ੀ ਸੀਗੇ ਤਾਂ ਕਿਸਾਨਾਂ ਨੂੰ ਪਹਿਲੇ ਭਰੋਸੇ 'ਚ ਲਿਆ ਹੁੰਦਾ, ਸ਼ਾਇਦ ਅੰਦੋਲਨ ਨਾ ਹੁੰਦਾ। ਇਹ ਗਲਤੀਆਂ ਨੇ ਸਰਕਾਰਾਂ ਦੀਆਂ ਕਿ ਕਿਸਾਨਾਂ ਨੂੰ ਪਹਿਲੇ ਭਰੋਸੇ 'ਚ ਨਹੀਂ ਲਿਆ ਗਿਆ। ਉਸ ਤੋਂ ਵੱਡੀਆਂ ਗਲਤੀਆਂ ਨੇ ਰਾਜਨੀਤਿਕ ਦਲ ਸਾਰਿਆਂ ਦੀ, ਚਾਹੇ ਉਹ ਵਿਪਕਸ਼ ਹੈ, ਚਾਹੇ ਕੋਈ ਵੀ ਪਾਰਟੀ ਹੈ, ਜਿਨ੍ਹਾਂ ਨੇ ਇਹਨੂੰ ਐਂਡ ਮੌਕੇ 'ਤੇ ਇਹਦਾ ਵਿਰੋਧ ਨਹੀਂ ਕੀਤਾ। ਵਿਰੋਧ ਉਦੋਂ ਕੀਤਾ ਜਦੋਂ ਉਹਨਾਂ ਨੂੰ ਰਾਜਨੀਤੀ ਦੀ ਜਿਹੜੀ ਜ਼ਮੀਨ ਹੈ ਉਹ ਖਿਸਕਦੀ ਨਜ਼ਰ ਆਈ। ਸੋ ਇਹ ਸਨ ਲੁਧਿਆਣਾ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਕਿਉਂਕਿ ਕਿਸਾਨ ਲਗਾਤਾਰ ਐਜੀਟੇਸ਼ਨ ਕਰ ਰਹੇ ਨੇ ਲੇਕਿਨ ਸਰਕਾਰ ਨਹੀਂ ਸੁਣ ਰਹੀ। ਔਰ ਅਸੀਂ ਉਮੀਦ ਕਰਦੇ ਹਾਂ ਜਲਦੀ ਤੋਂ ਜਲਦੀ ਜਿਹੜੇ ਇਹ ਕਾਨੂੰਨ ਰੱਦ ਹੋਣਗੇ ਤੇ ਕਿਸਾਨ ਆਪਣੇ ਜਿਹੜੇ ਘਰਾਂ ਨੂੰ ਵਾਪਸੀ ਕਰਨਗੇ। ਸੋ ਵਧੇਰੇ ਅਪਡੇਟ ਸੀ ਜੁੜੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸੰਤ ਮਥਾੜੋ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।